ਧੰਨ ਵਾਹਿਗੁਰੂ ਸਾਹਿਬ ਜੀ। ਕਰਮੀ ਸਹਿਜ ਨਾ ਊਪਜੈ, ਬਿਨ ਸਹਜੈ ਸਹਿਸਾ ਨਾ ਜਾਏ। ਨਹਿ ਜਾਏ ਸਹਿਸਾ ਕਿਤੈ ਸੰਜਮ, ਰਹੇ ਕਰਮ ਕਮਾਏ। ਸਹਿਸਾ ਜਿਉ ਮਲੀਨ ਹੈ, ਕਿਤ ਸੰਜਮ ਧੋਤਾ ਜਾਏ। ਮਨ ਧੋਵੋ ਸ਼ਬਦ ਲਾਗੋ, ਹਰਿ ਸਿਉ ਰਹੋ ਚਿਤ ਲਾਏ। ਕਹੇ ਨਾਨਕ ਗੁਰ ਪ੍ਰਸਾਦੀ ਸਹਿਜ ਉਪਜੈ, ਇਹ ਸਹਿਸਾ ਇਵ ਜਾਏ। ਕਹੈ ਨਾਨਕ ਗੁਰ ਪ੍ਰਸਾਦੀ ਸਹਿਜ ਉਪਜੈ, ਇਹ ਸਹਿਸਾ ਇਵ ਜਾਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨ ਸਤਿਗੁਰੂ ਗਰੀਬ ਨਵਾਜ ਪਾਤਸ਼ਾਹ ਗੁਰੂ ਅਮਰਦਾਸ ਮਹਾਰਾਜ, ਜਿਨ੍ਹਾਂ ਦੀ ਉਚਾਰਨ ਕੀਤੀ ਹੋਈ ਪਾਵਨ ਪਵਿੱਤਰ ਬਾਣੀ ਆਨੰਦ ਸਾਹਿਬ ਜੀ ਦੀ ਲੜੀਵਾਰ ਵਿਚਾਰ ਆਪ ਜੀ ਸਰਵਣ ਕਰ ਰਹੇ ਹੋ। ਸਤਿਗੁਰੂ ਗੁਰੂ ਅਮਰਦਾਸ ਜੀ ਨੇ ਸਾਡੇ ਤੇ ਬਹੁਤ ਵੱਡਾ ਪਰ ਉਪਕਾਰ ਕੀਤਾ ਹੈ ਕਿ ਸਾਡੇ ਜੀਵਨ ਦੇ ਵਿੱਚ ਆਨੰਦ ਆ ਜਾਏ। ਔਰ ਕਿਸ ਤਰ੍ਹਾਂ ਆਉਣਾ ਹੈ, ਇਹ ਵੀ ਸਤਿਗੁਰੂ ਮਹਾਰਾਜ ਸਾਡੇ ਤੇ ਕਿਰਪਾ ਕਰਦੇ ਹਨ। ਅੱਜ ਦੀ ਜੋ ਪੌੜੀ ਆਪ ਜੀ ਨੇ ਸਰਵਣ ਕੀਤੀ ਹੈ, ਸਾਹਿਬ ਗੁਰੂ ਅਮਰਦਾਸ ਮਹਾਰਾਜ ਕਹਿ ਰਹੇ ਹਨ, ਕਰਮੀ ਸਹਿਜ ਨਾ ਉਪਜੇ। ਕਰਮ ਕਾਂਡਾਂ ਦੇ ਨਾਲ ਕਦੇ ਵੀ ਆਤਮਿਕ ਆਨੰਦ ਦੀ ਪ੍ਰਾਪਤੀ ਨਹੀਂ ਹੈ। ਕਰਮੀ ਸਹਿਜ ਨਾ ਉਪਜੈ, ਬਿਨ ਸਹਿਜੇ ਸਹਿਸਾ ਨਾ ਜਾਏ। ਜਿਹੜਾ ਅੰਦਰ ਸਾਡੇ ਸਹਿਮ ਹੈ, ਜਿਹਨੂੰ ਆਪਾਂ ਸ਼ੰਕਾ ਵੀ ਕਹਿ ਸਕਦੇ ਹਾਂ, ਭਰਮ ਵੀ ਕਹਿ ਸਕਦੇ ਹਾਂ। ਅਸੀਂ ਸਹਿਜ ਸੋਚਦੇ ਹਾਂ ਕਿ ਜਿਹੜੇ ਅਸੀਂ ਬਾਹਰੀ ਕਰਮ ਜਿਹਨੂੰ ਧਰਮ ਦਾ ਨਾਮ ਦੇ ਕੇ ਕਰ ਰਹੇ ਹਾਂ, ਸ਼ਾਇਦ ਇਹਦੇ ਨਾਲ ਰੱਬ ਮਿਲ ਜਾਏਗਾ। ਸਭ ਕਹਿੰਦੇ ਜਿਹੜੇ ਬਾਹਰਲੇ ਕਰਮ ਕਾਂਡਾਂ ਦੇ ਨਾਲ ਪ੍ਰਮਾਤਮਾ ਦੀ ਪ੍ਰਾਪਤੀ ਨਹੀਂ ਹੈ। ਪਿਆਰੇ, ਇਨ ਬਿਦ ਮਿਲਣ ਨਾ ਜਾਈ, ਮੈਂ ਕੀਏ ਕਰਮ ਅਨੇਕਾਂ, ਹਾਰ ਪਰਿਓ ਸੁਆਮੀ ਕੇ ਦੁਆਰੇ, ਦੀਜੇ ਬੁੱਧ ਵਿਵੇਕਾ। ਤੇ ਗੁਰੂ ਜਿਹੜਾ ਹੈ ਇਸ ਮੱਤ ਨੂੰ ਬਖਸ਼ਿਸ਼ ਕਰਦਾ ਹੈ। ਸਹਿਬ ਮਹਾਰਾਜ ਕਹਿ ਰਹੇ, ਇੱਥੇ ਅੱਗੇ ਆਪਾਂ ਪੜਾਂਗੇ, ਕਹਿੰਦੇ ਮਨ ਧੋਵੋ ਸ਼ਬਦ ਲਾਗੋ, ਕਿਉਂਕਿ ਮਲੀਨਤਾ ਹੈ। ਪਿਛਲੀ ਪੌੜੀ ਵਿੱਚ ਵੀ ਸਤਿਗੁਰੂ ਨੇ ਬੜਾ ਸਪਸ਼ਟ ਕਰ ਦਿੱਤਾ ਸੀ, ਕਹਿੰਦੇ ਪਵਿੱਤ ਹੋਏ ਸੇ ਜਣਾ ਜਿਨੀ ਹਰ ਧਿਆਇਆ। ਜਿਨ੍ਹਾਂ ਨੇ ਪ੍ਰਭੂ ਨੂੰ ਧਿਆਉਣਾ ਕੀਤਾ, ਉਹ ਅੰਦਰੋਂ ਪਵਿੱਤਰ ਹੋ ਗਏ ਹਨ। ਫਿਰ ਗੱਲ ਕਰਦੇ ਆ ਕਿ ਲੋਕ ਸੋਚਦੇ ਕਿ ਸ਼ਾਇਦ ਬਾਹਰੀ ਕਰਮ ਕਾਂਡਾਂ ਦੇ ਨਾਲ ਆਤਮਿਕ ਆਨੰਦ ਪੈਦਾ ਹੋ ਜਾਏਗਾ। ਕਹਿੰਦੇ ਨਹੀਂ ਪੈਦਾ ਹੋਏਗਾ। ਕਰਮੀ ਸਹਿਜ ਨਾ ਉਪਜੇ, ਬਿਨ ਸਹਿਜੇ ਸਹਿਸਾ ਨਾ ਜਾਏ। ਤੇ ਬਿਨਾਂ ਸਹਿਜ ਤੋਂ ਜਿਹੜਾ ਸਾਡਾ ਸ਼ੰਕਾ ਹੈ, ਸਾਡਾ ਸਹਿਮ ਹੈ, ਸਾਡਾ ਭਰਮ ਹੈ ਜਿਹੜਾ ਹੈ, ਉਹ ਕਦੇ ਦੂਰ ਨਹੀਂ ਹੋ ਸਕਦਾ। ਸਹਿਜ ਵੀ ਉਹਨੇ ਤੱਕ ਨਹੀਂ ਆ ਸਕਦਾ ਜਿੰਨੇ ਤੱਕ ਸਾਡੇ ਅੰਦਰ ਮਲੀਨਤਾ ਹੈ, ਸਾਡੇ ਅੰਦਰ ਮੈਲ ਹੈ। ਸਭ ਕਹਿੰਦੇ ਹਨ ਮਨ ਮੈਲੇ ਸਭ ਕੁਛ ਮੈਲਾ, ਤਨ ਧੋਤੇ ਮਨ ਅੱਛਾ ਨਾ ਹੋਏ। ਸਰੀਰ ਧੋਣ ਦੇ ਨਾਲ ਮਨ ਨੂੰ ਕੋਈ ਫਰਕ ਨਹੀਂ ਪੈਣਾ, ਕਿਉਂਕਿ ਮੈਲ ਤਿੰਨ ਕੰਮ ਕਰਦੀ ਹੈ। ਪ੍ਰਮੁੱਖ ਮੈਲ ਦੇ ਤਿੰਨ ਕੰਮ ਹੈ। ਜਿਸ ਵੇਲੇ ਮਨੁੱਖ ਨੂੰ ਮੈਲ ਲੱਗ ਜਾਂਦੀ ਹੈ, ਉਹ ਦੂਰੀ ਪੈਦਾ ਕਰ ਦਿੰਦੀ ਹੈ।
ਜੇ ਆਪਣੇ ਕੱਪੜਿਆਂ ਨੂੰ ਮੈਲ ਹੈ ਤੇ ਆਪਾਂ ਕੱਪੜੇ ਲਾ ਕੇ ਸਿੱਟ ਦਿੰਦੇ, ਦੂਰ ਕਰ ਦਿੰਦੇ ਹਾਂ, ਦੂਰੀ ਪੈਦਾ ਕਰਦੀ ਹੈ। ਤੇ ਇਸੇ ਤਰ੍ਹਾਂ ਜਿਸ ਵੇਲੇ ਅੰਦਰ ਮੈਲ ਹੈ ਤੇ ਮਨੁੱਖ ਵੀ ਦੂਰ ਹੋ ਜਾਂਦਾ, ਕਿਹਦੇ ਕੋਲ? ਪਰਮੇਸ਼ਰ ਤੋਂ, ਆਪਣੇ ਮੂਲ ਤੋਂ ਦੂਰ ਹੋ ਜਾਂਦਾ ਹੈ। ਜਿੱਦਾਂ ਦੋ ਮਨਾਂ ਦੇ ਮੈਲ ਬਣ ਜਾਂਦੀ ਦੋ ਮਨਾਂ ਦੇ ਵਿੱਚ, ਤੇ ਉਹ ਵੀ ਦੂਰੀ ਬਣ ਜਾਂਦੀ ਹੈ। ਤੇ ਮਾਲਕ ਅਕਾਲ ਪੁਰਖ ਪਰਮੇਸ਼ਰ ਵਾਹਿਗੁਰੂ ਜੀ ਤੋਂ ਮਨੁੱਖ ਦੂਰ ਹੋ ਜਾਂਦਾ ਜਿੱਦਾਂ ਅੰਦਰ ਮੈਲ ਹੈ। ਮਨ ਮੈਲੇ, ਸਭ ਕੁਛ ਮੈਲਾ, ਕਿਉਂਕਿ ਮੈਲ ਹੈ ਤੇ ਉੱਥੇ ਮੈਂ ਵੀ ਹੈ। ਜਬ ਹਮ ਹੋਤੇ ਤਬ ਤੂੰ ਨਾਹੀ, ਅਬ ਤੂੰ ਹੀ ਮੈਂ ਨਾਹੀ। ਤੇ ਦੂਸਰਾ ਕਾਰਨ ਜਿਹੜਾ ਜੀ, ਮੈਲ ਜਿਹੜੀ ਆ ਰੋਗ ਪੈਦਾ ਕਰਦੀ ਹੈ, ਰੋਗ ਪੈਦਾ ਕਰਦੀ। ਆ ਕਿਹਾ ਜਾਂਦਾ ਨਾ ਵੀ ਸਫਾਈ ਕਰੋ, ਸਫਾਈ ਦਾ ਕੰਮ ਕੀਤਾ ਜਾਂਦਾ, ਸਰਕਾਰਾਂ ਕਰਦੀਆਂ। ਸਫਾਈ ਜਿੰਨੀ ਰਹੇਗੀ ਉਨੀਆਂ ਬਿਮਾਰੀਆਂ ਘੱਟ ਹੋਣਗੀਆਂ, ਰੋਗ ਘੱਟ ਹੋਣਗੇ। ਇਹ ਮੈਲ ਜਿਹੜੀ ਆ ਵਿਕਾਰਾਂ ਦਾ ਰੋਗ ਪੈਦਾ ਕਰਦੀ ਹੈ। ਇਹ ਜਿਹੜੀ ਮੈਲ ਹੈ ਇਹ ਅੰਦਰੋਂ ਵਿਕਾਰਾਂ ਦਾ ਰੋਗ ਪੈਦਾ ਕਰ ਦਿੰਦੀ। ਤੇ ਤੀਸਰਾ ਇਹਦੇ ਵਿੱਚ ਪ੍ਰਮੁੱਖ ਜਿਹੜਾ ਹੈ ਕਾਰਨ ਹੈ ਮੈਲ ਦੇ ਵਿੱਚ, ਇਹ ਅਸਲੇ ਤੋਂ ਦੂਰ ਕਰ ਦਿੰਦੇ, ਮੂਲ ਤੋਂ ਦੂਰ ਕਰ ਦਿੰਦੀ ਮੈਲ ਜਿਹੜੀ। ਜਿੰਨੇ ਤੱਕ ਮੈਲ ਹੈ ਤੇ ਸਾਡੀ ਦੂਰੀ ਬਣੀ ਰਹਿੰਦੀ। ਇਸ ਕਰਕੇ ਸਤਿਗੁਰੂ ਕਹਿੰਦੇ ਮਨ ਤੋਂ ਜੋਤ ਸਰੂਪ ਹੈ ਆਪਣਾ ਮੂਲ ਪਛਾਣ। ਇਹ ਮੂਲ ਤੋਂ ਦੂਰ ਹੋ ਜਾਂਦੀ ਹੈ, ਕਿਉਂਕਿ ਸਤਿਗੁਰੂ ਕਹਿੰਦੇ ਹਨ ਇਹ ਹੁਣ ਨਹੀਂ ਲੱਗੀ, ਇਹ ਮੈਲ ਹੁਣ ਨਹੀਂ ਲੱਗੀ। ਜਨਮ ਜਨਮ ਕੀ ਇਸ ਮਨ ਕੋ ਮਲ ਲਾਗੀ, ਕਾਲਾ ਹੁਆ ਸ਼ਾਹ। ਇਹਨੂੰ ਜਨਮਾਂ ਜਨਮਾਤਰਾਂ ਦੀ ਮੈਲ ਲੱਗੀ ਹੈ। ਤੇ ਪਵਿੱਤਰ ਕਿੱਦਾਂ ਹੋਣਾ? ਸਤਿਗੁਰੂ ਕਹਿੰਦੇ ਪਵਿੱਤ ਹੋਏ ਸੇ ਜਨਾ ਜਿਨੀ ਹਰਤਿਆ। ਬਾਣੀ ਦੇ ਵਿੱਚ ਹੀ ਬਾਣੀ ਦਾ ਜਵਾਬ ਹੈ। ਸਤਿਗੁਰੂ ਇੱਥੇ ਜੇ ਹੁਣ ਸਵਾਲ ਪੈਦਾ ਕੀਤਾ ਤੇ ਉਹਦਾ ਜਵਾਬ ਵੀ ਅਸੀਂ ਪੜ੍ਹ ਲਿਆ ਜਾਂ ਅੱਗੇ ਪੜ੍ਹਾਂਗੇ। ਬਿਲਕੁਲ ਨਾਲ ਪ੍ਰਮਾਣ ਸਤਿਗੁਰੂ ਨੇ ਦਿੱਤਾ। ਜਿਹੜਾ ਸਹਿਸਾ ਹੈ, ਸ਼ੰਕੇ ਜਿਹੜੇ ਭਰਮ ਜਿਹੜੇ ਆ, ਭੁਲੇਖੇ ਦੇ ਵਿੱਚ ਅਸੀਂ ਸਾਰੀ ਜ਼ਿੰਦਗੀ ਜਿਹੜੀ ਆ ਬਤੀਤ ਕਰ ਦਿੰਦੇ ਹਾਂ, ਕਿਉਂਕਿ ਭੁਲੇਖੇ ਵਿੱਚ ਰਹਿ ਕੇ ਸਹਿਜ ਨਹੀਂ ਮਿਲੇਗਾ। ਭਰਮ ਦੇ ਵਿੱਚ ਜਿਹਨੂੰ ਅਸੀਂ ਧਰਮ ਦਾ ਕਰਮ ਸਮਝ ਰਹੇ ਹਾਂ, ਸਤਿਗੁਰੂ ਕਹਿੰਦੇ ਕਰਮ ਧਰਮ ਪਾਖੰਡ ਜੋ ਦੀਸੇ ਤਿਨ ਜਮ ਜਗਾਤੀ ਲੂਟੇ, ਨਿਰਵਾਣ ਕੀਰਤਨ ਗਾਵੋ ਕਰਤੇ ਕਾ ਨਿਮਕ ਸਿਮਰਤ ਜਿਤ ਛੂਟੇ। ਕਿਉਂਕਿ ਉਹ ਕਰਮ ਅਸੀਂ ਕਰ ਰਹੇ ਹਾਂ ਜਿਹੜਾ ਕਰਮ ਦਾ ਕੋਈ ਅਰਥ ਨਹੀਂ ਹੈ। ਜਿੱਦਾਂ ਅੱਜ ਲੋਕ, ਠੀਕ ਆ, ਉਹ ਜਿਹੜੇ ਲੋਕ ਰੱਖਦੇ ਆ ਕਰਵਾ ਚੌਥ, ਜਿਹਨਾਂ ਦਾ ਧਰਮ ਹੈ ਹਿੰਦੂ ਧਰਮ ਨੂੰ ਮੁਬਾਰਕ ਹੈ, ਪਰ ਜਿਹੜੇ ਭੁਲੇਖੇ ਦੇ ਵਿੱਚ ਪਾਏ ਹੋਏ ਸਿੱਖ ਆ ਉਹ ਵੀ ਕਰਮ ਕਰਦੇ ਆ। ਤੇ ਗੁਰੂ ਸਾਹਿਬ ਨੇ ਤਾਂ ਉਹਨਾਂ ਬਾਰੇ ਆਖਿਆ, ਕਹਿੰਦੇ ਛੋਡੇ ਅੰਨ ਕਰੇ ਪਖੰਡ, ਨਾ ਉਹ ਸੁਹਾਗਣ ਨਾ ਉਹ ਰੰਡ। ਹੁਣ ਦੇਖੋ, ਕਿਸੇ ਬੱਚੇ ਨੂੰ ਤੁਸੀਂ ਪੁੱਛ ਲਓ ਵੀ ਕਿਸੇ ਦੇ ਭੁੱਖੇ ਰਹਿਣ ਦੇ ਨਾਲ ਕਿਸੇ ਦੀ ਉਮਰ ਵੱਧ ਜਾਂਦੀ ਹੈ, ਉਹ ਕਹੇਗਾ ਨਹੀਂ। ਤੇ ਜੇ ਕਿੰਨੇ ਸਦੀਆਂ ਤੋਂ ਵਰਤ ਰੱਖਿਆ ਜਾ ਰਿਹਾ ਕਰਵਾ ਚੌਥ, ਤਾਂ ਕਿ ਬੰਦੇ ਮਰੇ ਨਹੀਂ ਹਨ। ਇਹ ਤਾਂ ਇੱਕ ਪਾਸੇ ਆਪਾਂ ਕਹਿ ਰਹੇ ਹਾਂ ਕਿ ਪ੍ਰਮਾਤਮਾ ਦਾ ਹੁਕਮ ਹੈ, ਜੰਮਣ ਮਰਨਾ ਹੁਕਮ ਹੈ। ਉਮਰ ਅਸੀਂ ਕਿੱਦਾਂ ਵਧਾ ਸਕਦੇ ਹਾਂ ਕਿਸੇ ਦੀ? ਅਸੀਂ ਕਿਸੇ ਦੀ ਉਮਰ ਕਿੱਦਾਂ ਵਧਾ ਸਕਦੇ ਹਾਂ? ਜੋ ਅਕਾਲ ਪੁਰਖ ਨੇ ਸਮਾਂ ਨਿਸ਼ਚਿਤ ਕਰ ਦਿੱਤਾ। ਕਈ ਲੋਕ ਮਾਂ ਦੇ ਗਰਭ ਦੇ ਵਿੱਚ ਹੀ ਮਰ ਜਾਂਦੇ ਆ, ਕੋਈ ਜਨਮ ਲੈ ਕੇ ਮਰ ਜਾਂਦੇ, ਕੋਈ ਕਿਸ ਤਰ੍ਹਾਂ ਮਰਦਾ ਹੈ। ਸਾਰਿਆਂ ਦਾ ਸਮਾਂ ਨਿਯਤ ਪ੍ਰਮਾਤਮਾ ਨੇ ਕੀਤਾ, ਮਰਨ ਲਿਖਾਏ ਮੰਡਲ ਮੇ। ਤੇ ਉਮਰ ਕਿੱਦਾਂ ਵੱਧ ਜਾਏਗੀ ਕਿਸੇ ਦੀ? ਇੱਕ ਹਾਸੋ ਇੰਨੀ ਜਿਹੜੀ ਸੰਸਾਰ ਦੀ ਹਾਲਤ ਲੋਕਾਂ ਨੇ ਕਰ ਦਿੱਤੀ। ਠੀਕ ਹੈ, ਜਿਹਨਾਂ ਮੰਨਦੇ ਸੀ ਚੰਗੀ ਗੱਲ, ਉਹਨਾਂ ਨੂੰ ਮੁਬਾਰਕ ਹੈ, ਪਰ ਜਿਸ ਵੇਲੇ ਸਿੱਖ ਕਰਦੇ ਆ ਤੇ ਬੜਾ ਅਫਸੋਸ ਹੁੰਦਾ ਕਿ ਸਤਿਗੁਰੂ ਮਹਾਰਾਜ ਨੇ ਸਾਨੂੰ ਕਿੱਡੀ ਵੱਡੀ ਬਖਸ਼ਿਸ਼ ਕੀਤੀ ਹੈ, ਸਾਨੂੰ ਕਿੱਡਾ ਵੱਡਾ ਜੀਵਨ ਬਖਸ਼ਿਸ਼ ਕੀਤਾ। ਆਓ ਆਪਣੇ ਵਿਸ਼ੇ ਤੇ ਰਹੀਏ। ਕਰਮੀ ਸਹਿਜ ਨਾ ਉਪਜੇ। ਸਤਿਗੁਰੂ ਕਹਿੰਦੇ ਕਰਮ ਕਾਂਡਾਂ ਦੇ ਨਾਲ ਆਤਮਿਕ ਆਨੰਦ ਨਹੀਂ ਮਿਲਦਾ। ਕਿੱਦਾਂ ਮਿਲੇਗਾ? ਪਹਿਲੀ ਪੌੜੀ ਵਿੱਚ ਸਤਿਗੁਰੂ ਨੇ ਸਮਝਾ ਦਿੱਤਾ ਵੀ ਜੇ ਪ੍ਰਮਾਤਮਾ ਸਤਿਗੁਰੂ ਦੀ ਪ੍ਰਾਪਤੀ ਕਰਨੀ ਆ, ਕਿੱਦਾਂ ਹੋਏਗੀ? ਕਹਿੰਦੇ ਆਨੰਦ ਭਿਆ ਮੇਰੀ ਮਾਏ, ਸਤ ਗੁਰੂ ਮੈਂ ਪਾਇਆ, ਸਤਿਗੁਰ ਤਾਂ ਪਾਇਆ ਸਹਿਜ ਸੇਤੀ। ਸਹਿਜ ਦੇ ਨਾਲ ਆਤਮਿਕ ਡੋਲਤਾ ਵਿੱਚ ਰਹਿ ਕੇ ਕਰਮੀ ਸਹਿਜ ਨਾ ਉਪਜੇ, ਬਿਨ ਸਹਿਜੇ ਸਹਿਸਾ ਨਾ ਜਾਏ। ਸਤਿਗੁਰ ਤਾਂ ਪਾਇਆ ਸਹਿਜ ਸੇਤੀ, ਮਨ ਵਜੀਆਂ ਵਾਧਾਈਆਂ। ਸਭ ਕਹਿੰਦੇ ਕਰਮੀ ਸਹਿਜ ਨਾ ਉਪਜੇ, ਬਿਨ ਸਹਿਜੇ
ਸਹਿਸਨ ਜਿੰਨੇ ਤੱਕ ਟਿਕਾਊ ਨਹੀਂ ਹੈ ਉਹਨੇ ਤੱਕ ਅੰਦਰ ਭਰਮ ਬਣਿਆ ਰਹੇਗਾ, ਅੰਦਰ ਸਹਿਮ ਬਣਿਆ ਰਹੇਗਾ। ਕਿਉਂਕਿ ਜਿਹੜੇ ਲੋਕ ਕਰਮ ਦਾ ਧਰਮ ਸਮਝਦੇ ਸਨ, ਇੱਕ ਫਕੀਰ ਦਾ ਨਾਮ ਤੁਸੀਂ ਵੀ ਸੁਣਿਆ ਹੋਏਗਾ, ਸਰਮੰਦ ਫਕੀਰ ਹੋਇਆ। ਉਹ ਸਰੀਰ ਤੇ ਕੱਪੜੇ ਨਹੀਂ ਪਹਿਨਦਾ ਸੀ, ਨਗਨ ਅਵਸਥਾ ਵਿੱਚ ਰਹਿੰਦਾ ਸੀ, ਪਰ ਗੁਰਮਤਿ ਇਸ ਚੀਜ਼ ਨੂੰ ਨਹੀਂ ਮੰਨਦੀ। ਪਰ ਉਹ ਇੱਕ ਸੰਦੇਸ਼ ਦੇ ਗਿਆ ਔਰੰਗਜ਼ੇਬ ਨੂੰ। ਔਰੰਗਜ਼ੇਬ ਨੇ ਉਹਨੂੰ ਬੁਲਾਇਆ, ਉਹਦੇ ਮਹਿਲਾਂ ਦੇ ਸਾਹਮਣੇ ਖੜਾ ਸੀ, ਉਹਨੂੰ ਆਖਿਆ ਕਿ ਆਪਣੀ ਵਧੀਆ ਪੋਸ਼ਾਕ ਜਿਹੜੀ ਔਰੰਗਜ਼ੇਬ ਨੇ ਭੇਜੀ ਵੀ ਇਹ ਕੱਪੜੇ ਪਾ ਲਾ। ਉਹਨੇ ਉਹਦੇ ਸਾਹਮਣੇ ਹੀ ਅੱਗ ਲਾ ਕੇ ਉਹਨੂੰ ਕੱਪੜਿਆਂ ਨੂੰ ਸਾੜਤਾ ਵੀ ਅੱਗ ਕੱਪੜਿਆਂ ਦੀ ਜ਼ਰੂਰਤ ਤੈਨੂੰ ਹੈ, ਕਿਉਂਕਿ ਤੂੰ ਗੁਨਾਹ ਕਰਦਾ ਹੈ, ਔਗਣ ਕਰਦਾ, ਤੈਨੂੰ ਕੱਪੜਿਆਂ, ਮੈਨੂੰ ਕੋਈ ਨਹੀਂ, ਮੈਂ ਤਾਂ ਅੰਦਰੋਂ ਬਾਹਰੋਂ ਇੱਕੋ ਹੀ ਹਾਂ, ਮੈਨੂੰ ਕੋਈ ਕੱਪੜਿਆਂ ਦੀ ਜ਼ਰੂਰਤ ਨਹੀਂ। ਕਿਸੇ ਨੇ ਬੜਾ ਸੋਹਣਾ ਲਿਖਿਆ ਵੀ ਸਰਮੰਦ ਫਕੀਰ ਜਿਹੜਾ ਹੈ, ਔਰੰਗਜ਼ੇਬ ਦੇ ਗੁਨਾਹ ਹੋ ਸਕਦਾ ਕਿ ਸ਼ਾਇਦ ਅੱਲਾ ਮਾਫ ਕਰ ਦੇ, ਪਰ ਸਰਮੰਦ ਫਕੀਰ ਨੂੰ ਕਿਉਂ ਮਾਰਿਆ, ਇਹ ਕੋਈ ਗੁਨਾਹ ਉਹਦਾ ਮਾਫ ਨਹੀਂ ਹੋਏਗਾ। ਰੱਬ ਦੀ ਰੂਹ ਸੀ, ਪਰਮਾਤਮਾ ਅਕਾਲ ਪੁਰਖ ਦਾ ਨੂਰ ਸੀ ਉਹ, ਤੇ ਅੰਦਰ ਆਤਮਕ ਡੋਲਤਾ ਸੀ। ਹੁਣ ਉਹ ਜਿਹੜਾ ਰੱਜੇ ਨਹੀਂ ਸੀ ਤੇ ਉਹ ਤਾਂ ਬਹੁਤ ਕੁਝ ਲੱਭਦੇ ਰਹੇ, ਸਿਕੰਦਰ ਵਰਗੇ ਲੱਭਦੇ ਰਹੇ, ਕਿਉਂਕਿ ਅੰਦਰ ਜੀਵਨ ਹੀ ਸਹਿਜ ਵਿੱਚ ਹੈ। ਹੁਣ ਸਹਿਜ ਜਿਹੜਾ ਹੈ ਨਾ, ਸਾਡਾ ਜੀਵਨ ਹੀ ਸਹਿਜ ਵਿੱਚ, ਜੇ ਸਹਿਜ ਵਿੱਚ ਨਹੀਂ ਚੱਲਾਂਗੇ ਤਾਂ ਅਸੀਂ ਖਤਮ ਹੋ ਜਾਵਾਂਗੇ। ਹਵਾ ਸਹਿਜ ਵਿੱਚ ਚੱਲਦੀ ਹੈ, ਜਦੋਂ ਕੰਟਰੋਲ ਤੋਂ ਬਾਹਰ ਹੁੰਦੀ ਹੈ ਤੇ ਕਿੰਨਾ ਨੁਕਸਾਨ ਹੁੰਦਾ ਹੈ। ਅੱਗ ਸਹਿਜ ਦੇ ਵਿੱਚ ਚੱਲਦੀ ਹੈ, ਕਿੰਨੇ ਸੋਹਣੇ ਅਸੀਂ ਪਕਵਾਨ ਤਿਆਰ ਕਰ ਲੈਂਦੇ ਹਾਂ। ਪਾਣੀ ਜਿਹੜਾ ਸਹਿਜ ਦੇ ਵਿੱਚ ਹੈ ਤੇ ਉਹ ਸਾਡਾ ਜੀਵਨ ਹੈ। ਪਹਿਲਾ ਪਾਣੀ ਜੀਓ, ਇਹਨੇ ਤੋਂ ਬਾੜ ਆਉਂਦੀ ਆ, ਹੜ੍ਹ ਆਉਂਦੇ ਆ ਤੇ ਉਹ ਸਾਰਾ ਕੁਝ ਰੋੜ ਕੇ ਲੈ ਜਾਂਦੇ, ਨੁਕਸਾਨ ਕਿੰਨਾ ਕਰਦੇ ਆ, ਕਿਉਂਕਿ ਸਹਿਜ ਦੇ ਵਿੱਚ ਹੈ, ਕਿਉਂਕਿ ਸਹਿਜ ਜੀਵਨ ਦੇ ਵਿੱਚ ਹੈ। ਤੇ ਹੁਣ ਸਤਿਗੁਰ ਨੇ ਆਖਿਆ ਵੀ ਕੋਈ ਵੀ ਚੀਜ਼ ਦੀ ਪ੍ਰਾਪਤੀ ਕਰਨੀ ਹੈ, ਅਸੀਂ ਪਹਿਲਾਂ ਅਸਲੇ ਨਾਲ ਜੁੜੀਏ। ਕੋਈ ਵੀ ਚੀਜ਼ ਅਸਲੇ ਕੋਲ ਆ ਜਾਂਦੀ ਹੈ, ਉਹਦੇ ਅੰਦਰ ਸਹਿਜ ਆ ਜਾਂਦਾ ਹੈ। ਗੁਰੂ ਨਾਨਕ ਸਾਹਿਬ ਜੀ ਦਾ ਸ਼ਬਦ ਹੈ, ਸਤਿਗੁਰੂ ਕਹਿੰਦੇ ਆ, ਭਾਂਡਾ ਧੋਏ ਵੈਸ ਧੂਪ ਦੇਵੋ, ਤਉ ਦੁੱਧੇ ਕੋ ਜਾਵੋ, ਦੂਧ ਕਰਮ ਫੁਨ ਸੁਰਤ ਸਮਾਇਨ ਹੋਏ, ਨਿਰਾਸ ਜਮਾਵੋ। ਹੁਣ ਸਾਰਿਆਂ ਨੂੰ ਪਤਾ, ਬੀਬੀਆਂ ਨੂੰ ਖਾਸ ਕਰਕੇ ਪਤਾ, ਜਿੰਨੇ ਉਹਨੇ ਤੱਕ ਦਹੀਂ ਨਹੀਂ ਜੰਮੇਗਾ, ਜਿੰਨੇ ਤੱਕ ਉਹਦੇ ਵਿੱਚ ਅਡੋਲਤਾ ਨਹੀਂ ਹੋਏਗੀ। ਘੱਟੋ ਘੱਟ 8 ਘੰਟੇ ਦਾ ਸਮਾਂ ਚਾਹੀਦਾ। ਜੇ ਹੁਣ ਤੁਸੀਂ 15 ਮਿੰਟ 20 ਮਿੰਟ ਅੱਧੇ ਘੰਟੇ ਬਾਅਦ ਹਿਲਾ ਕੇ ਦੇਖੋਗੇ, ਲੱਸੀ ਬਣਨੀ ਹੈ, ਦਹੀਂ ਤਾਂ ਬਣਨਾ ਹੀ ਕੋਈ ਨਹੀਂ, ਕੁਛ ਵੀ ਨਹੀਂ ਜੰਮੇਗਾ। ਸਹਿਜ ਜਿਹੜਾ ਹੈ, ਪਰ ਅੱਜ ਬਹੁਤ ਕੁਝ ਸਾਡੀ ਕੌਮ ਦੇ ਵਿੱਚ ਕੀਤਾ ਜਾ ਰਿਹਾ। ਮੈਂ ਪੜ੍ਹ ਰਿਹਾ ਸੀ ਇੱਕ ਗੁਰਮੁਖ ਪਿਆਰਿਆਂ ਦੇ ਵਚਨ, ਕਿ ਸਿਰਫ ਅਸੀਂ ਜਿਹੜੇ ਲੋਕ ਅੱਜ ਇਹ ਪ੍ਰਚਾਰ ਕਰ ਰਹੇ ਆ ਕਿ ਸਿਰਫ 2.5 ਘੰਟੇ 24 ਘੰਟਿਆਂ ਦੇ ਵਿੱਚੋਂ ਕੱਢੋ, ਕਿ ਤੁਸੀਂ 2.5 ਘੰਟੇ ਸਵਾਸ ਲੈ ਕੇ ਬਾਕੀ 17.5 ਘੰਟੇ ਤੁਸੀਂ ਬਚ ਜਾਓਗੇ। ਵੀ ਸਿਰਫ ਬੰਦੇ ਨੂੰ ਕਿਸੇ ਨੂੰ ਕਹੋ ਵੀ ਤੁਸੀਂ 2.5 ਘੰਟੇ ਹੀ ਸਵਾਸ ਲੈਣੇ ਆ, 17.5 ਘੰਟੇ ਸਵਾਸ ਨਹੀਂ ਲੈਣੇ, ਉਹ ਬੰਦਾ ਬਚ ਜਾਏਗਾ। ਵੀ 2.5 ਘੰਟੇ ਪਾਠ ਕਰਨਾ ਹੈ, ਸਿਮਰਨ ਕਰਨਾ ਹੈ। ਸਤਿਗੁਰੂ ਤਾਂ ਕਹਿ ਰਿਹਾ ਇੱਦਾਂ ਦਾ ਜੀਵਨ ਬਣ ਜਾਏ, ਇੱਦਾਂ ਦਾ ਸਹਿਜ ਆ ਜਾਏ ਕਿ ਆਖਾਂ ਜੀਵਾਂ ਵਿਸਰੇ ਮਰ ਜਾ। ਸਾਹਿਬ ਕਹਿੰਦੇ ਹਨ, ਹਰ ਬਿੰਦ ਜਪੀਏ, ਹਰ ਬਿੰਦ, ਹਰੇਕ ਸਵਾਸ ਦੇ ਨਾਲ ਪ੍ਰਮਾਤਮਾ ਨੂੰ ਯਾਦ ਕਰ। ਸਾਸ ਸਾਸ ਸਿਮਰੋ ਗੋਬਿੰਦ, ਮਨ ਅੰਤਰ ਕੀ ਉਧਰੇ ਚਿਤ। ਕਿੰਨੀ ਬਾਣੀ ਦੇ ਵਿੱਚ ਸਤਿਗੁਰ ਨੇ ਪ੍ਰਮਾਣ। ਹੁਣ ਪ੍ਰਚਾਰਿਆ ਜਾਂਦਾ ਕਿ 2.5 ਘੰਟੇ ਸਮਾਂ ਕੱਢਣਾ ਹੈ। ਸਤਿਗੁਰੂ ਕੀ ਕਹਿ ਰਹੇ ਆ, ਕਹਿੰਦੇ ਕਰ ਬੰਦੇ ਤੂੰ ਬੰਦਗੀ ਜਿਚਰ ਘਟ ਮੈਂ ਸ਼ਾਹ, ਜਿੰਨੇ ਤੱਕ ਤੇਰੇ ਅੰਦਰ ਸਵਾਸ ਚੱਲਦੇ ਆ। ਤੇ ਉਹਨਾਂ ਲੋਕਾਂ ਨੂੰ ਇਹੀ ਜਵਾਬ ਆ ਕਿ ਜਿਹੜੇ ਕਹਿੰਦੇ ਵੀ 2.5 ਘੰਟੇ ਤੁਸੀਂ ਸਵਾਸ ਲੈ ਲਓ, ਬਾਕੀ ਨਹੀਂ ਲਓਗੇ ਤਾਂ ਬਚ ਜਾਏਗਾ ਬੰਦਾ। ਜੀਵਨ ਇੱਦਾਂ ਦਾ ਹੋ ਜਾਏ, ਸਹਿਜ ਇੱਦਾਂ ਦਾ ਬਣ ਜਾਏ ਕਿ ਉਹਦੇ ਤੋਂ ਬਿਨਾਂ ਰਹਿ ਹੀ ਨਾ ਸਕੀਏ। ਜਿਉਂ ਪ੍ਰਾਣੀ ਜਲ ਬਿਨ ਹੈ ਮਰਤਾ, ਤਿਉਂ ਸਿੱਖ ਗੁਰ ਬਿਨ ਮਰ ਜਾਏ। ਤੇ ਉਹ ਸਹਿਜ ਕਿੱਦਾਂ ਦਾ ਸਹਿਜ ਹੈ, ਗੁਰੂ ਸਾਹਿਬ ਨੇ ਤਾਂ ਕਰਕੇ ਦਿਖਾਇਆ। ਤਤੀ ਤਵੀ ਤੇ ਬੈਠੇ ਆ, ਕੀ ਕਹਿੰਦੇ ਤੇਰਾ ਕੀ ਆ, ਉਹ ਕਿੰਨਾ ਸਹਿਜ ਹੋਏਗਾ, ਕਿੰਨੀ ਆਤਮਕ ਅਡੋਲਤਾ ਹੋਏਗੀ। ਤੇਰਾ ਕੀ ਆ ਮੀਠਾ ਲਾਗੇ, ਹਰ ਨਾਮ ਪਦਾਰਥ ਨਾਨਕ ਮੰਗੇ। ਪੁੱਤਰਾਂ ਦਾ ਵਿਛੋੜਾ ਹੋ ਗਿਆ, ਸਰਸਾ ਤੇ ਪਰਿਵਾਰ ਵਿਛੜ ਗਿਆ, ਮਾਛੀਵਾੜੇ ਦੇ ਜੰਗਲਾਂ ਦੇ ਵਿੱਚ ਗੁਰੂ ਸਾਹਿਬ ਬੈਠੇ ਆ, ਇਕੱਲੀ ਹੈ, ਕਿੰਨਾ ਸਹਿਜ ਹੋਏਗਾ। ਬੰਦ ਕੱਟਿਆ ਜਾ ਰਿਹਾ ਭਾਈ ਮਨੀ ਸਿੰਘ ਜੀ ਦਾ, ਡੋਲਿਆ ਨਹੀਂ ਹੈ, ਕਿੰਨਾ ਸਹਿਜ ਹੋਏਗਾ। ਇਹ ਕਰਮ ਕਾਂਡਾਂ ਦੇ ਨਾਲ ਨਹੀਂ ਸਹਿਜ ਹੋਏਗਾ। ਸਾਹਿਬ ਕਹਿੰਦੇ ਕਰਮੀ ਸਹਿਜ ਨਾ ਉਪਜੇ, ਬਿਨ ਸਹਿਜੇ ਸਹਿਸਨ। ਕਿਉਂਕਿ ਸਾਨੂੰ ਭਰਮ ਬਣ ਗਿਆ ਵੀ ਸ਼ਾਇਦ ਇਹ ਆਪਾਂ ਕਰਮ ਕਰ ਰਹੇ ਹਾਂ, ਧਰਮ ਦਾ ਕਰਮ ਹੈ। ਤੇ ਗੁਰੂ ਸਾਹਿਬ ਮਹਾਰਾਜ ਜੀ ਸਾਡੇ ਦੀ ਕਿਰਪਾ, ਇੱਕ ਦੋ ਉਦਾਹਰਨਾਂ ਆਪਾਂ ਸਾਂਝੀਆਂ ਕਰਦੇ ਹਾਂ, ਕਿਉਂਕਿ ਸਹਿਜ ਜਦੋਂ ਜਿਹਦੇ ਜੀਵਨ ਦੇ ਵਿੱਚ ਆ ਜਾਂਦਾ। ਭਾਈ ਕਾਹਨ ਸਿੰਘ ਜੀ ਨਾਭਾ,
ਜਿਨ੍ਹਾਂ ਨੇ ਗੁਰਮਤਿ ਦੀ ਬੜੀ ਸੇਵਾ ਕੀਤੀ ਹੈ, ਸਿੱਖ ਪੰਥ ਦੀ ਬਹੁਤ ਵੱਡੀ ਸੇਵਾ। ਕਿਉਂਕਿ ਸਾਨੂੰ ਹਰੇਕ ਸਮੇਂ ਕੋਈ ਨਾ ਕੋਈ ਚੀਜ਼ ਲੱਭਣ ਵਾਸਤੇ ਸਾਨੂੰ ਮਹਾਨ ਕੋਸ਼ ਜ਼ਰੂਰ ਪੜ੍ਹਨਾ ਪੈਂਦਾ ਹੈ। ਕਿਸੇ ਚੀਜ਼ ਦਾ ਅਰਥ ਜਿਹੜਾ ਹੈ, ਹਰੇਕ ਚੀਜ਼ ਦਾ ਅਰਥ ਜਿਹੜਾ ਮਹਾਨ ਕੋਸ਼ ਦੇ ਵਿੱਚ ਉਹਦੇ ਅਰਥ ਆ। ਉਸ ਤੋਂ ਬਾਅਦ ਗੁਰਮਤਿ ਮਾਰ ਤੰਡ ਉਹਨਾਂ ਦੀਆਂ 2 ਪੁਸਤਕਾਂ, ਉਸ ਤੋਂ ਇਲਾਵਾ ਅਨੇਕਾਂ ਪੁਸਤਕਾਂ ਔਰ ਗੁਰਮਤਿ ਦਾ ਪ੍ਰਚਾਰ ਕੀਤਾ। ਅਤੇ ਭਾਈ ਕਾਹਨ ਸਿੰਘ ਨਾਭਾ ਰਾਜਾ ਮਹਾਰਾਜਾ ਹੀਰਾ ਸਿੰਘ ਦੇ ਕੋਲ ਉਹਨਾਂ ਦੇ ਵਿਦਵਾਨਾਂ ਦੇ ਵਿੱਚ ਸਨ। ਅਤੇ ਇੱਕ ਬੜਾ ਗਰੀਬੜਾ ਜਿਹਾ ਬੰਦਾ ਭਾਈ ਕਾਹਨ ਸਿੰਘ ਨਾਭੇ ਦੇ ਕੋਲ ਆਇਆ ਕਿ ਮੈਨੂੰ ਤੁਸੀਂ ਮਹਾਰਾਜਾ ਨੂੰ ਕਹਿ ਕੇ ਨੌਕਰੀ ਦਿਖਾ ਦਿਓ। ਉਹਨਾਂ ਨੇ ਮਹਾਰਾਜਾ ਹੀਰਾ ਸਿੰਘ ਨੂੰ ਕਹਿ ਦਿੱਤਾ, ਉਹਨੂੰ ਨੌਕਰੀ ਦੇ ਦਿੱਤੀ। ਉਹ ਥੋੜ੍ਹੇ ਦਿਨਾਂ ਬਾਅਦ ਭਾਈ ਕਾਹਨ ਸਿੰਘ ਜੀ ਦੀਆਂ ਹੀ ਚੁਗਲੀਆਂ, ਉਹਨਾਂ ਦੀ ਨਿੰਦਾ ਕਰਨ ਲੱਗ ਗਏ। ਅਤੇ ਮਹਾਰਾਜਾ ਹੀਰਾ ਸਿੰਘ ਨਹੀਂ ਬਰਦਾਸ਼ਤ ਕਰ ਸਕਿਆ, ਉਹਨੇ ਨੌਕਰੀ ਤੋਂ ਕੱਢ ਦਿੱਤਾ। ਭਾਈ ਕਾਹਨ ਸਿੰਘ ਨਾਭੇ ਨੂੰ ਪਤਾ ਲੱਗਾ, ਕਿੰਨਾ ਸਹਿਜ ਸੀ, ਆ ਗਏ ਕਹਿਣ ਲੱਗੇ ਕੋਈ ਗੱਲ ਨਹੀਂ, ਮੈਨੂੰ ਬੁਰਾ ਭਲਾ ਕਹਿ ਰਿਹਾ ਸੀ, ਤੁਸੀਂ ਨੌਕਰੀ ਤੋਂ ਕੱਢ ਦਿੱਤਾ, ਉਹਦਾ ਤਾਂ ਕਸੂਰ ਸੀ, ਪਰ ਉਹਦੇ ਬੱਚਿਆਂ ਦਾ ਕਸੂਰ ਕੀ ਹੈ? ਜਿਹਨਾਂ ਤੁਸੀਂ ਰੋਟੀ ਤੋਂ ਵਾਂਝੇ ਕਰ ਦਿੱਤਾ, ਉਹਨਾਂ ਬੱਚਿਆਂ ਦਾ ਕਸੂਰ ਕੀ ਹੈ? ਉਹਦਾ ਪਰਿਵਾਰ ਦੇਖੋ। ਫਿਰ ਕਹਿਣ ਤੇ ਫਿਰ ਨੌਕਰੀ ਰੱਖਤੀ, ਫਿਰ ਉਹੀ ਕੰਮ ਕਰਦਾ ਹੈ। ਫਿਰ ਭਾਈ ਕਾਹਨ ਸਿੰਘ ਨਾਭੇ ਨੇ ਫਿਰ ਉਹਦੀ ਸਿਫਾਰਿਸ਼ ਕੀਤੀ ਹੈ, ਪਰ ਮਹਾਰਾਜਾ ਹੀਰਾ ਸਿੰਘ ਨਹੀਂ ਮੰਨਿਆ। ਕਹਿਣ ਲੱਗਾ ਤੁਹਾਡੀ ਮੈਂ ਨਿੰਦਾ ਨਹੀਂ ਸੁਣ ਸਕਦਾ। ਬਿਮਾਰ ਹੋ ਗਿਆ ਅਤੇ ਭਾਈ ਕਾਹਨ ਸਿੰਘ ਨਾਭਾ ਘਰ ਗਏ, ਉਹਨੂੰ ਇਲਾਜ ਕਰਾਉਂਦੇ ਆ, ਉਹਨੂੰ ਪੈਸਾ ਦਿੰਦੇ ਆ। ਕਿੰਨਾ ਸਹਿਜ ਹੋਏਗਾ ਜਿਹੜਾ ਬੁਰਾ ਭਲਾ ਕਹਿ ਰਿਹਾ। ਇਹ ਬਾਣੀ ਸਿਰਫ ਪੜ੍ਹਨ ਵਾਸਤੇ ਥੋੜ੍ਹੇ ਹੈ, ਜਿੱਦਣ ਸਹਿਜ ਆ ਜੇ ਕਰਮੀ ਸਹਿਜ ਨਾ। ਵੀ ਗੱਲਾਂ ਬਾਤਾਂ ਦੇ ਨਾਲ ਆਤਮਿਕ ਡੋਲਤਾ ਜੀਵਨ ਦੇ ਵਿੱਚ ਨਹੀਂ ਮਿਲ ਸਕਦੀ। ਸਾਹਿਬ ਜੀ ਕਹਿੰਦੇ ਬਿਨ ਸਹਿਜੇ ਸੈਸਾ ਨਾ ਜਾਏ, ਤੇ ਨਹੀਂ ਮਿਲ ਸਕਦਾ, ਹੈ ਹੀ ਨਹੀਂ, ਸਹਿਜ ਨਹੀਂ ਹੈ। ਹੁਣ ਭਾਵੇਂ ਅਸੀਂ ਜਿੰਨਾ ਮਰਜ਼ੀ ਕਰੀ ਜਾਓ ਜੀ, ਅੱਜ ਕਰਵਾ ਚੌਥ ਹੈ, ਪਤਨੀ ਜਿਹੜੀ ਆ ਪਤੀ ਦੀ ਲੰਬੀ ਉਮਰ ਦੇ ਵਾਸਤੇ ਵਰਤ ਰੱਖਦੀ ਹੈ, ਭੁੱਖੀ ਰਹਿੰਦੀ ਹੈ, ਪਰ ਸਾਲ ਭਰ ਉਹਨੂੰ ਬੁਰਾ ਭਲਾ ਹੀ ਕਹਿੰਦੀ ਹੈ। ਸਾਰੀਆਂ ਦੀ ਮੈਂ ਗੱਲ ਨਹੀਂ ਕਰ ਰਿਹਾ, ਜਿਹੜੀਆਂ ਅੱਜ ਦੇ ਦਿਨ ਪਖੰਡ ਕਰਦੀਆਂ, ਜਿਹੜੀਆਂ ਸਿਰਫ ਅੱਜ ਦੇ ਦਿਨ ਪਖੰਡ ਕਰਦੀਆਂ। ਹੁਣ ਨਹੁੰ ਜਿਹੜੀ ਹੈ ਉਹਦੇ ਅੰਦਰ ਸਹਿਜ ਨਹੀਂ ਹੈ, ਉਹ ਸੱਸ ਦੀਆਂ ਚੁਗਲੀਆਂ ਕਰਦੀ ਹੈ, ਸੱਸ ਨਹੁੰ ਦੀਆਂ ਚੁਗਲੀਆਂ ਕਰਦੀ ਹੈ। ਸਹਿਜ ਦੋਨਾਂ ਦੇ ਵਿੱਚ ਨਹੀਂ ਹੈ, ਕਿਉਂਕਿ ਬਾਣੀ ਪੜ੍ਹੀ ਕੋਈ ਨਹੀਂ, ਬਾਣੀ ਪੜ੍ਹੀ ਕੋਈ ਨਹੀਂ ਹੈ। ਜੋ ਲੋਕ ਕਰਦੇ ਆ ਉਹ ਦੇਖਾ ਦੇਖੀ ਕਰੀ ਜਾ ਰਹੇ ਆ। ਸਤਿਗੁਰੂ ਕਹਿੰਦੇ ਇਹ ਪੜ੍ਹਨ ਦੇ ਨਾਲ ਸੁਣਨ ਦੇ ਨਾਲ ਨਹੀਂ ਹੋਏਗਾ, ਜਿੰਨੇ ਤੱਕ ਕਮਾਓਗੇ ਨਹੀਂ। ਕਿਆ ਪੜ੍ਹੀਏ ਕਿਆ ਗੁਣੀਏ, ਕਿਆ ਵੇਦ ਪੁਰਾਨਾ ਸੁਣੀਏ, ਪੜ੍ਹੇ ਸੁਣੇ ਕਿਆ ਹੋਈ, ਜੋ ਸਹਿਜ ਨਾ ਮਿਲਿਓ ਸੋਈ। ਜਿੰਨੇ ਤੱਕ ਸਹਿਜ ਆਤਮਿਕ ਡੋਲਤਾ ਨਹੀਂ ਆਉਂਦੀ ਜੀਵਨ ਦੇ ਵਿੱਚ, ਫਿਰ ਕੋਈ ਫਾਇਦਾ ਨਹੀਂ ਹੈ। ਜਿੰਨੇ ਤੱਕ ਸਾਡੇ ਅੰਦਰ ਸਹਿਜ ਨਹੀਂ, ਅਸੀਂ ਤਾਂ ਭੜਕ ਜਾਂਦੇ ਹਾਂ, ਨਹੀਂ ਬਰਦਾਸ਼ਤ ਕਰਦੇ। ਕਹਿੰਦੇ ਸਹਿਜ ਜੀਵਨ ਦੇ ਵਿੱਚ ਆ ਜਾਏ। ਹੁਣ ਮਹਾਰਾਜਾ ਰਣਜੀਤ ਸਿੰਘ ਦੀ ਕਹਾਣੀ ਵੀ ਆਪ ਸਾਰਿਆਂ ਨੇ ਸੁਣੀ ਹੈ। ਬੱਟੇ ਮਾਰ ਰਹੇ ਸੀ ਨਾ ਬੇਰੀ ਨੂੰ ਬੱਚੇ। ਹੁਣ ਇਹ ਵੀ ਸਾਰਿਆਂ ਨੂੰ ਪਤਾ ਕਿ ਉਹਦੀ ਇੱਕ ਅੱਖ ਬਚਪਨ ਵਿੱਚ ਚੇਚਕ ਦੇ ਨਾਲ ਖਰਾਬ ਹੋ ਗਈ ਸੀ, ਇੱਕ ਅੱਖ ਦੇ ਨਾਲ ਦੇਖਦਾ ਹੁੰਦਾ ਮਹਾਰਾਜਾ ਰਣਜੀਤ ਸਿੰਘ। ਹੁਣ ਦੂਸਰਾ ਬੱਟਾ ਆ ਕੇ ਉਹਦੀ ਅੱਖ 'ਤੇ ਲੱਗਾ। ਬੱਚਿਆਂ ਨੂੰ ਪਕੜਿਆ ਗਿਆ, ਬੱਚਿਆਂ ਨੂੰ ਪੇਸ਼ ਕੀਤਾ ਮਹਾਰਾਜ, ਤੁਸੀਂ ਬੇਰੀ ਨੂੰ ਬੱਟੇ ਮਾਰਦੇ ਸੀ। ਕਹਿਣ ਲੱਗੇ ਹਾਂ। ਕਹਿੰਦੇ ਮਹਾਰਾਜਾ ਨੂੰ ਬੱਟਾ ਲੱਗਾ, ਤੁਹਾਨੂੰ ਸਜ਼ਾ ਮਿਲੇਗੀ। ਅਤੇ ਬੱਚਿਆਂ ਨੇ ਬੜਾ ਸੋਹਣਾ ਜਵਾਬ ਦਿੱਤਾ। ਕਹਿੰਦੇ ਅਸੀਂ ਇੰਨੇ ਮਹੀਨੇ ਹੋ ਗਏ ਬੇਰੀ ਨੂੰ ਬੇਰ ਮਾਰਦੇ, ਉਹਨੇ ਤਾਂ ਸਜ਼ਾ ਦਿੱਤੀ ਨਹੀਂ, ਤਾਂ ਉਹ ਤਾਂ ਬੇਰ ਦਿੰਦੀ ਹੈ। ਜੇ ਹੁਣ ਪੱਥਰ ਮਹਾਰਾਜੇ ਨੂੰ ਲੱਗ ਗਿਆ ਤਾਂ ਸਜ਼ਾ ਦਿਓਗੇ। ਅਤੇ ਬੜਾ ਖੁਸ਼ ਹੋਇਆ ਮਹਾਰਾਜਾ ਰਣਜੀਤ ਸਿੰਘ ਵੀ ਮੈਂ ਬੇਰੀ ਤੋਂ ਨਿਕੰਮਾ ਥੋੜ੍ਹੇ ਹਾਂ, ਮੈਂ ਤਾਂ ਰਾਜਾ ਮਹਾਰਾਜਾ, ਮੈਂ ਧੰਨ ਸਾਹਿਬ ਗੁਰੂ ਗ੍ਰੰਥ ਸਾਹਿਬ ਦਾ ਸਿੱਖ ਹਾਂ। ਅਤੇ ਕਹਿੰਦਾ ਇਹਨਾਂ ਦੀਆਂ ਮੋਹਰਾਂ ਦਿਓ, ਉਹਨਾਂ ਨੂੰ ਸੋਨੇ ਦੀਆਂ ਮੋਹਰਾਂ ਦਿੱਤੀਆਂ ਗਈਆਂ। ਅੰਦਰ ਸਹਿਜ। ਹੁਣ ਦੂਸਰਾ ਹੁੰਦਾ ਕੋਈ ਰਾਜਾ ਤੇ ਗੋਲੀ ਮਾਰ, ਕਹਿੰਦੇ ਇਹਨਾਂ ਨੂੰ ਫਾਂਸੀ 'ਤੇ ਚੜ੍ਹਾ ਦਿਓ। ਅਤੇ ਇੱਦਾਂ ਹੀ ਇੱਕ ਬਾਬਾ ਆਲਾ ਸਿੰਘ ਜੀ ਮਹਾਰਾਜਾ ਪਟਿਆਲਾ ਹੋਏ ਆ, ਉਹਨਾਂ ਦੇ ਨਾਮ ਤੋਂ ਹੀ ਪਟਿਆਲਾ ਸ਼ਬਦ ਆਲਾ, ਉਹਨਾਂ ਦੇ ਨਾਮ ਪਟਿਆਲਾ ਪੱਟੀ ਆਲਾ, ਅਤੇ ਉਹ ਉਹਨਾਂ ਦੇ ਨਾਮ ਤੋਂ ਹੀ ਪਿਆ। ਉਹਨਾਂ ਦੀ ਘਰਵਾਲੀ ਸੀ ਬੀਬੀ ਫਤਿਹ ਕੌਰ। ਹੱਥੀਂ ਲੰਗਰ ਤਿਆਰ ਕਰਦੇ ਸਨ, ਹੱਥੀਂ ਲੰਗਰ ਛਕਾਉਂਦੇ ਸਨ। ਇੱਕ ਨਿਹੰਗ ਸਿੰਘ ਆ ਗਿਆ, ਪੰਗਤ ਦੇ ਵਿੱਚ ਬੈਠਾ, ਅਤੇ ਦਾਲ ਬੜੀ ਪਤਲੀ ਬਣੀ ਸੀ। ਅਤੇ ਉਹਨੇ ਆ ਕੇ ਮਾਤਾ ਜੀ ਦਾਲ ਬੜੀ ਪਤਲੀ ਬਣੀ, ਕੀ ਕਰਾਂ? ਕਹਿੰਦੀ ਮੇਰੇ ਸਿਰ 'ਚ ਪਾ ਦੇ। ਉਹ ਨਿਹੰਗ ਸਿੰਘ ਉੱਠਿਆ ਅਤੇ ਉਹਨੇ ਸਿਰ 'ਚ ਪਾ ਦਿੱਤੀ ਦਾਲ। ਉਹਨੇ ਸ਼ਿਕਾਇਤ ਕੀਤੀ, ਇੱਦਾਂ ਦੇ ਸਿੱਖਾਂ ਨੂੰ ਰੋਟੀ ਖਿਲਾਉਂਦੇ ਹੋ, ਇੱਦਾਂ ਦੇ ਬੰਦਿਆਂ ਨੂੰ ਰੋਟੀਆਂ ਖਿਲਾਉਂਦੇ ਹੋ, ਆ ਜਿਹੜੇ ਇੱਜ਼ਤ ਨਹੀਂ ਕਰਦੇ, ਸਿਰ 'ਚ ਦਾਲ ਪਾ ਦਿੱਤੀ।
ਉਹ ਕਹਿਣ ਲੱਗੇ ਦੇਖੋ ਇਹ ਗੁਰੂ ਦਾ ਘਰ ਹੈ, ਇਹ ਗੁਰੂ ਦੇ ਸਿੱਖ ਹੈ, ਇਹਨਾਂ ਦੇ ਕਰਕੇ ਤੈਨੂੰ ਮਾਣ ਮਿਲਿਆ, ਤੂੰ ਰਾਣੀ ਬਣ ਗਈ। ਤੇ ਗੁਰੂ ਸਾਹਿਬ ਆਪ ਇਹਨਾਂ ਤੇ ਮਾਣ ਕਰਦੇ, ਇਨਹੀ ਕੀ ਕਿਰਪਾ ਕਿ ਸਜੇ ਹਮ ਹੈ ਨਹੀਂ ਮੋਸੋ ਗਰੀਬ ਕਰੋੜ ਪਰੇ। ਪਰ ਤੇਰੇ ਅੰਦਰ ਲੰਗਰ ਤਾਂ ਵਰਤਾ ਰਹੀ ਹੈ, ਪਰ ਤੇਰੇ ਅੰਦਰ ਸਹਿਜ ਨਹੀਂ ਹੈ। ਤੇ ਸਹਿਜ ਕਿੱਦਾਂ ਆਏਗਾ? ਸਾਹਿਬ ਕਹਿੰਦੇ ਕਰਮੀ ਸਹਿਜ ਨਾ ਉਪਜੇ, ਬਿਨ ਸਹਿਜੇ ਸਹਿਸਾ ਨਾ ਜਾਏ, ਨਾ ਜਾਏ ਸਹਿਸਾ ਕਿਤੇ ਸੰਜਮ। ਕਿਸੇ ਤਰੀਕੇ ਦੇ ਨਾਲ ਨਹੀਂ ਇਹ ਸਹਿਮ ਅੰਦਰੋਂ ਭਰਮ ਜਾ ਸਕਦਾ। ਨਹ ਜਾਏ ਸਹਿਸਾ ਕਿਤੇ ਸੰਜਮ, ਰਹੇ ਕਰਮ ਕਮਾ, ਰਹੇ ਮਤਲਬ ਥੱਕ ਗਏ ਕਰਮ ਕਰਕੇ, ਇਹ ਅੰਦਰੋਂ ਨਹੀਂ ਖਤਮ ਹੋਇਆ। ਸਹਿਸੇ ਜੀਓ ਮਲੀਨ ਹੈ, ਅੰਦਰੋਂ ਜਿੰਦ ਮਲੀਨ ਹੋ ਗਈ। ਕਿਤ ਸੰਜਮ ਧੋਤਾ ਜਾਏ, ਕਿਸ ਤਰੀਕੇ ਦੇ ਨਾਲ ਇਹ ਧੋਤਾ ਜਾ ਸਕਦਾ ਹੈ? ਸਤਿਗੁਰੂ ਨੇ ਫਿਰ ਜਵਾਬ ਦਿੱਤਾ, ਕਹਿੰਦੇ ਮਨ ਧੋਵੋ ਸ਼ਬਦ ਲਾਗੋ। ਕਿਸੇ ਪਾਣੀ ਨੇ, ਕਿਸੇ ਤੀਰਥਾਂ ਦੇ ਪਾਣੀ ਨੇ ਤੁਹਾਡਾ ਮਨ ਨਹੀਂ ਧੋਣਾ। ਮਨ ਧੋਵੇਗਾ ਗੁਰੂ ਕਾ ਸ਼ਬਦ, ਪਵਿੱਤਰ ਹੋਵੋਗੇ ਗੁਰੂ ਕਾ ਨਾਮ ਧਿਆਉਣ ਦੇ ਨਾਲ। ਫਿਰ ਮੈਂ ਬੇਨਤੀ ਕਰਦਾ, ਸਾਹਿਬ ਕਹਿੰਦੇ ਪਵਿੱਤ ਹੋਏ ਸੇ ਜਣਾ ਜਿਨੀ ਹਰ ਧਿਆਇਆ, ਜਿਨ੍ਹਾਂ ਨੇ ਹਰੀ ਨੂੰ ਧਿਆਇਆ ਉਹ ਪਵਿੱਤਰ ਹੋਏ। ਕਹਿੰਦੇ ਪਵਿੱਤ, ਸੁਣਦੇ ਪਵਿੱਤ, ਸੇ ਪਵਿੱਤ ਜਿਨੀ ਮਨ ਵਸਾਇਆ, ਜਿਹਨਾਂ ਨੇ ਆਪਣੇ ਹਿਰਦੇ ਦੇ ਵਿੱਚ ਵਸਾਇਆ ਹੈ ਉਹ ਪਵਿੱਤਰ ਹੋਏ ਆ। ਸ਼ਬਦ ਦੇ ਨਾਲ ਕਹਿੰਦੇ ਤੈਨੂੰ ਅੰਦਰ ਦੀ ਪਵਿੱਤਰਤਾ ਮਿਲੇਗੀ। ਮਨ ਧੋਵੋ ਸ਼ਬਦ ਲਾਗੋ, ਹਰ ਸਿਉ ਰਹੋ ਚਿਤ ਲਾਏ। ਕਿਉਂਕਿ ਜਦੋਂ ਵੇਲੇ ਆਤਮਕ ਅਡੋਲਤਾ ਆਏਗੀ, ਬੰਦਾ ਗੱਡੀ ਸਿੱਖਦਾ ਹੈ, ਕਾਰ ਸਿੱਖਦਾ ਹੈ, ਤੇ ਧਿਆਨ ਪੂਰਾ ਸਿੱਖਣ ਦੇ ਵਿੱਚ ਹੁੰਦਾ, ਕਿਤੇ ਵੀ ਧਿਆਨ ਨਹੀਂ ਹੁੰਦਾ। ਬੜਾ ਧਿਆਨ ਦੇ ਨਾਲ ਸਿੱਖਦਾ, ਗਲਤੀ ਫੇਰ ਹੁੰਦੀ ਹੈ, ਕਦੇ ਬ੍ਰੇਕ ਦੱਬ ਦਿੰਦਾ, ਕਦੇ ਕੁਛ ਕਰ ਦਿੰਦਾ। ਪਰ ਜਦੋਂ ਸਿੱਖ ਜਾਂਦਾ ਹੈ ਫਿਰ ਉਹ ਗੱਡੀ ਦੇ ਵਿੱਚ ਕੀਰਤਨ ਵੀ ਸੁਣ ਰਿਹਾ ਹੈ, ਆਲਾ ਦੁਆਲਾ ਵੀ ਦੇਖ ਰਿਹਾ ਹੈ, ਕੰਟਰੋਲ ਵੀ ਹੋ ਰਿਹਾ, ਲਾਈਟਾਂ ਦੇ ਰੁਕਣਾ ਉੱਥੇ ਵੀ ਸਾਰਾ ਮਤਲਬ ਸਾਰਾ ਕੁਝ ਆਪਣੇ ਆਪ ਹੋ ਰਿਹਾ। ਸੁਭਾਵਿਕ ਹੀ ਫਿਰ ਹੋ ਜਾਂਦਾ। ਹੁਣ ਆਪਾਂ ਆਉਂਦੇ ਆ ਨਾ ਕਰੋ, ਸੁਭਾਵਿਕ ਹੀ ਆਪੇ ਰਸਤੇ ਤੇ ਗੱਡੀ ਚੱਲ ਪੈਂਦੀ, ਆਪ ਹੀ ਸਤਿਗੁਰੂ ਲੈ ਕੇ ਆਉਂਦਾ, ਆਪ ਹੀ ਕਿਰਪਾ ਕਰ। ਇੱਕ ਜਦੋਂ ਸਿੱਖਦਾ ਬੰਦਾ ਫਿਰ ਲੱਭਣਾ ਪੈਂਦਾ ਵੀ ਕਿਤੇ ਇੱਧਰ ਆਲਾ ਦੁਆਲਾ ਦੇਖਣਾ ਪੈਂਦਾ, ਪਰ ਜਦੋਂ ਚੱਲ ਪੈਂਦਾ ਫਿਰ ਸੁਭਾਵਿਕ ਹੀ ਹੁੰਦਾ। ਹੁਣ ਇਹ ਸੁਭਾਵਿਕ ਹੀ ਹੋ ਰਿਹਾ ਹੈ ਜੋ ਆਪਾਂ ਕਰ ਰਹੇ ਹਾਂ ਨਾ, ਇਹ ਫਿਰ ਸਹਿਜ ਦੇ ਨਾਲ ਆਪ ਹੀ ਸਤਿਗੁਰੂ ਮਹਾਰਾਜ ਕਿਰਪਾ ਕਰਦੇ। ਕਹਿੰਦੇ ਨੂੰ ਸਿਆਣੇ ਨੇ ਕਹਾਵਤ ਬਣਾਈ, ਸਹਿਜ ਪੱਕੇ ਸੋ ਮਿਟ। ਵਿੱਚ ਸਹਿਜ ਜਿਹਨੇ ਤੱਕ ਤੁਹਾਡੇ ਅੰਦਰ ਸਹਿਜ ਨਹੀਂ, ਗੁਰੂ ਸਾਹਿਬ ਨੇ ਇਹਦੇ ਅਰਥ ਗੁਰਬਾਣੀ ਦੇ ਵਿੱਚ ਜੋ ਆਇਆ ਆਤਮਕ ਅਡੋਲਤਾ, ਡੋਲੇ ਨਾ ਗੇ, ਡੋਲੇਗਾ ਨਹੀਂ, ਜਿਹੜਾ ਉਹਦਾ ਸਹਾਰਾ ਲਏਗਾ। ਤੂੰ ਮੇਰੋ ਮੇਰ ਪਰਬਤ ਸੁਆਮੀ ਓਟ ਗਹੀ, ਮੈਂ ਤੇਰੀ ਓਟ ਪਕੜੀ ਹੈ, ਨਾ ਤੁਮ ਡੋਲੋ ਨਾ ਹਮ ਗਿਰਤੇ ਰੱਖ ਲੀਨੀ ਹਰ ਮੇਰੀ। ਤੇ ਹੋਏ ਸਤਿਗੁਰੂ ਮਹਾਰਾਜ ਮੈਂ ਤੇਰੀ ਆਸਰਾ। ਹੁਣ ਟਾਹਣੀਆਂ ਦੇ ਨਾਲ ਬੰਦਾ ਲਮਕਦਾ ਹੋਵੇ ਕਿ ਮੈਂ ਟੁੱਟੇਗੀ ਨਹੀਂ, ਤਾਂ ਟਾਹਣੀ ਤਾਂ ਟੁੱਟ ਹੀ ਜਾਣੀ ਹੈ। ਉਹ ਡੋਲਦੀ ਤਾਂ ਸਹਾਰਾ ਲਓਗੇ, ਤੇ ਉਹਦਾ ਸਹਾਰਾ ਲਓ ਜਿਹੜਾ ਡੋਲਦਾ ਹੀ ਕੋਈ ਨਹੀਂ ਹੈ। ਤੇ ਸਤਿਗੁਰੂ ਮਹਾਰਾਜ ਸਾਡੇ ਤੇ ਕਿਰਪਾ ਕਰਦੇ, ਕਹਿੰਦੇ ਮਨ ਧੋਵੋ ਸ਼ਬਦ ਲਾਗੋ, ਹਰ ਸਿਉ ਰਹੋ ਚਿੱਤ ਲਾਏ। ਉਹ ਪ੍ਰਮਾਤਮਾ ਦੇ ਨਾਲ ਹਮੇਸ਼ਾ ਚਿੱਤ ਜੋੜ ਕੇ ਰੱਖੋ। ਕਿਹੜਾ ਪ੍ਰਮਾਤਮਾ? ਕੋਈ ਫਿਰ ਉਦਾਹਰਨ ਹੀ ਦੇਣੀ ਪਏਗੀ, ਸ਼ੰਕਾ ਨਹੀਂ ਰਹੇਗੀ। ਸਤਿਗੁਰੂ ਨੇ ਪਹਿਲਾਂ ਕਿਹਾ ਆਦ ਸੱਚ ਜੁਗਾਦ ਸੱਚ ਹੈ ਭੀ ਸੱਚ, ਨਾਨਕ ਹੋਸੀ ਪਿਸ। ਉਹੀ ਹੈ, ਉਹ ਤੋਂ ਬਿਨਾਂ ਹੋਰ ਕੁਛ ਵੀ ਨਹੀਂ ਹੈ। ਜੇ ਉਹਨੂੰ ਮਿਲਣਾ ਫਿਰ ਕਰਮ ਕਾਂਡ ਛੱਡਣੇ ਪੈਣਗੇ। ਸਤਿਗੁਰੂ ਕਹਿੰਦੇ ਮੌਨ ਪਿਓ ਕਰਪਾਤੀ ਰਹੋ, ਨਗਨ ਫਿਰਿਓ ਮਨ ਮਾਹੀ, ਤਟ ਤੀਰ ਸਭ ਧਰਤੀ ਭਰਮਿਓ ਦੁਬਦਾ ਛੁਟਕੇ ਨਾ। ਅੰਦਰ ਭਰਮ ਨਹੀਂ ਖਤਮ ਹੋਏਗਾ, ਦੁਬਦਾ ਨਹੀਂ ਖਤਮ ਹੋਏਗੀ। ਕਿਉਂਕਿ ਮਾਫ ਕਰਨਾ, ਜਿੰਨੇ ਸਾਡੇ ਦਿਨ ਆ ਕਈਆਂ ਦੇ ਉਨੇ ਰੱਬ ਬਣੇ। ਮੰਗਲਵਾਰ ਦਾ ਅਲੱਗ, ਸੋਮਵਾਰ ਦਾ ਅਲੱਗ, ਬੁੱਧਵਾਰ ਦਾ ਅਲੱਗ, ਵੀਰਵਾਰ ਦਾ ਅਲੱਗ। ਰੱਬ ਤਾਂ ਇੱਕ ਹੈ, ਸਿੱਖ ਨੂੰ ਤਾਂ ਮੰਨਣਾ ਚਾਹੀਦਾ ਸੀ। ਇੱਕ ਤੋਂ ਗੱਲ ਗੁਰੂ ਸਾਹਿਬ ਸ਼ੁਰੂ ਕਰਦੇ ਆ, ਕਹਿੰਦੇ ਸਭਨਾ ਜੀਆਂ ਕਾ ਇੱਕ ਦਾਤਾ ਸੋ ਮੈਂ ਬਿਸਰ ਨਾ ਜਾਈ। ਸਾਰੇ ਹੀ ਮੁਬਾਰਕ ਹੈ, ਸਾਰਿਆਂ ਦਾ ਸਨਮਾਨ ਹੈ, ਪਰ ਸਾਡਾ ਤਾਂ ਇੱਕ ਹੈ, ਜਿਹਨੂੰ ਗੁਰੂ ਸਾਹਿਬ ਮਹਾਰਾਜ ਕਹਿੰਦੇ ਇੱਕ ਹੈ। ਸਭਨਾ ਜੀਆਂ ਕਾ ਇੱਕ ਦਾਤਾ, ਦੂਸਰੀ ਗੱਲ ਸੋ ਮੈਂ ਬਿਸਰ ਨਾ ਜਾਏ। ਉਹ ਸਾਨੂੰ ਕਿਤੇ ਭੁੱਲਣਾ ਨਹੀਂ ਚਾਹੀਦਾ। ਇਹ ਜਿਹੜੇ ਕਰਮ ਕਾਂਡ ਕਰ ਰਹੇ ਨੇ ਇਹਦੇ ਨਾਲ ਰੱਬ ਨਹੀਂ ਮਿਲਣਾ, ਇਹਦੇ ਨਾਲ ਨਹੀਂ ਮਿਲੇਗਾ। ਇਹ ਤੂੰ ਸੋਚੇ ਕਿ ਮੈਂ ਭੁੱਖਾ ਰਹਿਣਾ ਤੇ ਦੂਸਰੀ ਦੀ ਉਮਰ ਵੱਧ ਜੇ, ਨਹੀਂ ਹੋਣਾ। ਇਹ ਕਦੇ ਵੀ ਨਹੀਂ ਹੋ ਸਕਦਾ। ਕਿਸੇ ਬੱਚੇ ਨੂੰ ਪੁੱਛੋਗੇ ਤਾਂ ਵੀ ਕਹਿ ਦੇਗਾ ਨਹੀਂ ਭਾਈ ਇਹ ਨਹੀਂ ਹੋ ਸਕਦਾ। ਤੇ ਨਹੀਂ ਤਾਂ ਫਿਰ ਪਤੀ ਮਰਦੇ ਹੀ ਨਾ। ਜੇ ਇਹਦਾ ਸਦੀਆਂ ਤੋਂ ਇਹ ਜਿਹੜਾ ਰਸਮ ਚੱਲ ਰਹੀ ਆ,
ये सिर्फ एक खाण पीण का प्रबंध है। बड़ी सोहनी किसी ने उदाहरण लिखी है, कहते एक ना बीबी उठ गई, थोड़ा जिहा पिछे का समा है, हुण सवेरे उठ के वो स्टोव से अगे वो जोड़े होंगे जोड़े जोर जोर की मारते से, स्टोव चल नहीं रहा सी, तो वो टक 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 होने लग गई, ਉਹਦੀ नींद खुल गई घर वाले की। कहन लगा की करदी है, कहती तेरा ही सियापा करन लगी है। हुण सवेरे रज के खा लेना 5-7 घंटे तो हो गया जी, वरत हो गया। एक सिर्फ तरीका सी उन्हां लोकां दा, लोकां नूं भटकाउण दा तरीका सी। तो ब्राह्मणवाद की ऐसी सोच सी जिन्हें दुनिया नूं चक्करां दे विच पा के रखिया, जिहड़ी अज किते ना किते साडे दिल दिमाग दे विच बैठी है। दिल दिमाग इदां तो फिर हुंदा ही नहीं, बंदा भी आह काम कर लो। जे हुण बंदा कहंदा लक्ष्मी की पूजा करांगे, फिर गरीबी भी हिंदुस्तान दे विच ज़्यादा, माफ़ करना, जिन्नी लक्ष्मी की पूजा हिंदुस्तान दे विच हो रही है, सब तो गरीबी हिंदुस्तान दे विच है। जिन्नी सरस्वती की पूजा हुंदी है, उन्नी अनपढ़ता हिंदुस्तान दे विच है। सतगुरु ने इसे करके सानू सच दे नाल जोड़िया, रब अकाल पुरख दे नाल जोड़िया, उहदा ही बनाया सारा कुछ है। ਉਹਦੇ ਨਾਲ जुड़ो, जड़ दे नाल जुड़ो, मूल दे नाल जुड़ो। मन तू जोत स्वरूप है अपना मूल पछाण। सतगुरु ने नहीं कहा मेरी पूजा करो, गुरु नानक साहब तो लैके कलगीधर पातशाह मेरिया फोटोआं ला के मेरिया मूर्तियां रख के पूजा करो, नहीं, कहते आओ मैं तुहानूं दसदा, तुसीं अपने मूल दे नाल जुड़ जाओ, तुसीं भुल गए। तो आपां कहने ना, फिर जिहड़ा जुड़ गया ना, भूले मार्ग जिन्हें बताया ऐसा गुर बड़े भागी पा, बड़े भागां नाल मिलदा है। तो जदों असीं गुरु दे बन गए, खुद बाणी पढ़न लग गए, फिर सानूं किसी कोल पुछण दी जरूरत नहीं है। फालतू दे कर्म कांडां तो गुरु साहब जी ने सिख नूं वरजिया। सिख ने बहुत, मैं फिर बेनती करदा कि जिन्हां दा धर्म है उन्हां नूं मुबारक है। जिस वेले सिख करदे आ ते बड़ा अफसोस हुंदा है, जिहड़े बाणी पढ़दे सुणदे आ। सतगुरु तां बड़े हुण इस तो औखे लफ्ज़ की कह सकदे आ कि छोडे अन्न करे पखंड, ना वो सुहागण ना वो रंड। फिर भी सिख बीबियां नूं भरोसा ही नहीं है, जिहड़ियां रखदियां उन्हां दी मैं गल कर, उन्हां नूं भरोसा हल्ले भी रब ते भरोसा नहीं है। क्योंकि जिस वेले असीं अकाल पुरख दे नाल जुड़ गए, परमेश्वर दे नाल जुड़ गए, नहीं तो फिर उही आपां देख चंद तां रोज़ चढ़िया रहिंदा। लड़ाई जदों आउंदी कहंदे नवां चंद चढ़ गया, जदों झगड़े हुंदे आ ते ओह चंद तां चढ़ ही जांदा है। ते सतगुरु महाराज कहंदे भाई उस परमात्मा की पूजा करो। ना सानू सूरज दे नाल जोड़िया, ना चंद्रमा नाल जोड़िया। कहंदे नमो सूरज सूरजे, नमो चंद्र चंद्रे, उहदे नाल जुड़ जाओ जिहने सब कुछ पैदा किया है, जिहने सब कुछ बनाया है। तो सतगुरु महाराज कृपा करन, ये शंके ये भरम तां ही निकलणगे जदों असीं एक दे बनांगे। साहब जी ने आखिर विच कहंदे कहे नानक गुर प्रसादी सहज उपजे। गुरु की कृपा दे नाल सहज बनेगा, ये सहसा ये बजाए। फिर उन्होंने तुहाडे विच बैठे हैं, तुसीं गुरमुख बैठे हो, तुहानूं कोई जिन्ना मर्जी कह दे भी आ काम कर लो, नहीं करोगे, क्योंकि अंदरों जुड़ गए, गुरु की कृपा बन गई है, अंदर आत्मक अडोलता बन गई। ना करोगे तो ना करन दिओगे, क्योंकि लोगों भी दसोगे नहीं मेरे गुरु ने ये आख्या। सतगुरु महाराज कहते कहे नानक गुर प्रसादी सहज उपजे, ये सहसा इव जाए। इदां कहते तेरा अंदरला सहम, अंदरला शंका, शंका ही है ना भी डर है भी जे असी ये ना किया पता नहीं की हो जाएगा। ये एक भुलेखा पा दिता जाता है, एक भरम पा दिता। बच्चा जमदा सी जन्म पत्री बना दी, टेवा बना दिता, तेरे नाल ये होना। बंदे नूं फिक्र पै गया भी इन्ने साल च होना। पंडित जी की करना, कहते जी उपाव कराओ। होना कुछ भी नहीं है, होना वही है जो रब ने करना। वो उपाव कर लिया, होया कुछ नहीं। लो जी पंडित जी ने जो कहा सी हो गया, पंडित जी बड़े चंगे हैं। तो भुलेखा पै गया। सतगुरु कहते नहीं, वो रब दे नाल जुड़ो, जो करना जो कर रहा करन कारण प्रभ एक है दूसर नाही। कोई किसी के हथ में ताकत नहीं है, जां किसी को कोई जींदा कर दे, जां किसी को कोई मार दे, जां किसी की वड्डी उम्र कर दे, किसी के हक दे विच नहीं है। ये सब कुछ परमात्मा ही करदा है। गुरु साहब महाराज कृपा कर इन्नियां बेनतियां प्रवान करनियां। होइयां भुलां दी खिमा बख्शनी। बुलाओ फतेह। सारे आखो जी वाहिगुरू जी का खालसा वाहिगुरू जी की